सतगुर प्रसाद। जय श्री महला नौमा। एक ओंकार सतगुर प्रसाद। भूल्यो मन माया उरझायो, जो जो कर्म कियो लालच लग, तेह तेह आप बंधायो रहाओ। समझ न परी बिखै रस रचियो, जस हर को बिसरायो। संग स्वामी सो जानियो नाहन, बन को जन को तायो। रतन राम कट ही के पीतर, ताको ज्ञान न पायो। जन नानक भगवंत भजन बिन, बिरथा जन्म गवायो। रतन राम कट ही के पीतर, ताको ज्ञान न पायो। जन नानक भगवंत भजन बिन, बिरथा जन्म गवायो। शबर छत्र तक दे मालक, वालिए कुल आलम दो जहां दे वाली, ऐसे परम कृपालु रहबर, जिन्हां दी मुकद्दस गोद अंदर आप समूह हादरीन संध्या दे दीवाना अंदर जुड़ बैठियां हो। चल रही लड़ीवार विचार पावन पवित्र बाणी, धन धन गुरु तेग बहादुर पातशाह जी के मुखारबिंद तो उचारण किया ये पावन पवित्र शब्द, जो कि जैत श्री राग दे अंदर पहला शब्द है। पावन अंक 702 के उपर सुभाएमान। आओ गुरु प्यारी साध संगत जी, मन बिरतियाँ एकाग्र करके गुरु चरणों में जुड़िए, रसना पवित्र करना जी। वाहिगुरु जी का खालसा, वाहिगुरु जी की फतेह। अज दे इस पावन पवित्र शब्द के अंदर गुरुदेव सतगुरु जी ने समुचे मनुखता नूं जो उपदेश बख्शिश किया है, मेरे सतगुरु पातशाह जी रहाओ दे पदे अंदर जो विचार सानू बख्शिश करते ने। पातशाह कहते ने, भूलियो मन माया उरझायो, जो जो कर्म कियो लालच लग, तह तह आप बंधायो। रहाओ। सतगुरु पातशाह जी उस भुले हुए मनुख नूं ये समझाउण दा यतन करते हैं भी सब तो पहला तो वह भुल चुकिया है, गाफल हो चुकिया है, अचेत, जिन्हों कोई सोझी नहीं, कोई पता नहीं, भुल चुकिया, बिसर गया। उन्होंने भुलियो मन माया उरझायो, ते वो मन जिहड़ा है माया दे विच उलझ के रह गया है, उहदे विच ग्रसिया गया, उहदे विच फस गया। ते पातशाह कहण लगे, जदों मन माया दे विच ग्रसिया गया, माया दे चंगुल दे विच, माया दे जाल दे विच फस गया, तो फिर मनुख जिहड़ा है वो कुकर्मी हो गया। उन्हें पाप करने, उन्हें कुकर्म कमाने शुरू कर दिते। ते वो कर्म किहड़े सन, जिन्हों पातशाह कहंदे लालच। वो लालच का कर्म सी जिहदे विच मनुख हौली 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 उहदे विच फसदा चले गया, उहदे विच बन्निया गया। हुण माफ़ करना साध संगत जी, मनुख जिस मंजिल ते मनुख ने पहुँचना सी, जिस पंथ दे उत्ते तुरना सी, जिस पैंडे का पूरा करना सी ना, उस तो खुंज गया। क्यों उहदे तो भटक गया? उहदा कारण ये सी भी क्योंकि
ਉਹ ਮੰਜ਼ਿਲ ਆਪਣੀ ਭੁੱਲ ਚੁੱਕਿਆ ਸੀ, ਰਸਤਾ ਭੁੱਲ ਚੁੱਕਿਆ, ਉਹ ਦੁਰਮਤ ਦੇ ਰਸਤੇ ਉੱਤੇ ਪੈ ਗਿਆ। ਤੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਉਹ ਵਿਕਾਰਾਂ ਰੂਪੀ ਰਸਤੇ ਦੇ ਉੱਤੇ ਤੁਰਨਾ ਸ਼ੁਰੂ ਕੀਤਾ ਤੇ ਉਹਦੇ ਵਿੱਚ ਥਾਂ ਥਾਂ ਦੇ ਉੱਤੇ ਮਾਇਆ ਦੇ ਮੋਹ ਨੇ, ਤ੍ਰਿਸ਼ਨਾ ਨੇ, ਲਾਲਚ ਨੇ ਜਿਹੜੇ ਨੇ ਆਪਣੇ ਜਾਲ ਪਸਾਰੇ ਹੋਏ ਨੇ ਤੇ ਮਨੁੱਖ ਉਹਨਾਂ ਦੇ ਵਿੱਚ ਜਕੜਿਆ ਜਾਂਦਾ ਹੈ, ਗਰਸਿਆ ਜਾਂਦਾ ਉਹਨਾਂ ਦੇ ਵਿੱਚ। ਹੁਣ ਸਤਿਗੁਰੂ ਪਾਤਸ਼ਾਹ ਇੱਥੇ ਉਹ ਹਾਲਤ ਬਿਆਨ ਕਰਦੇ ਨੇ ਜਿਹੜਾ ਮਨੁੱਖ ਭੁੱਲਿਆ ਹੋਣ ਕਰਕੇ ਮਨ ਉਹਦਾ ਗਾਫਲ ਹੋ ਚੁੱਕਿਆ ਹੈ, ਮਨ ਉਹਦਾ ਸੁਚੇਤ ਨਹੀਂ ਰਿਹਾ, ਜਿਹਦੇ ਕਰਕੇ ਉਹ ਮਾਇਆ ਦੇ ਵਿੱਚ ਉਲਝਿਆ ਹੈ। ਸਿਰਫ ਤੇ ਸਿਰਫ ਸੰਸਾਰ ਦੀ ਮਾਇਆ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਸਮਝਣ ਵਾਲੇ, ਮਾਇਆ ਨੂੰ ਜ਼ਿੰਦਗੀ ਦਾ ਆਸਰਾ ਸਮਝਣ ਵਾਲੇ, ਪਰ ਪਾਤਸ਼ਾਹ ਕਹਿੰਦੇ ਮਾਇਆ ਜ਼ਿੰਦਗੀ ਦਾ ਆਧਾਰ ਨਹੀਂ ਹੋ ਸਕਦੀ, ਮਾਇਆ ਤੁਹਾਡਾ ਸਾਥ ਨਹੀਂ ਨਿਭਾ ਸਕਦੀ। ਜਿਸ ਤਰ੍ਹਾਂ ਤੁਸੀਂ ਮਾਇਆ ਦੇ ਪਿੱਛੇ ਪਿੱਛੇ ਭੱਜਦੇ ਜਾਓਗੇ, ਮਾਇਆ ਤੁਹਾਡੇ ਅੱਗੇ ਅੱਗੇ ਭੱਜਦੀ ਜਾਏਗੀ, ਕਦੇ ਉਹਨੂੰ ਪ੍ਰਾਪਤ ਨਹੀਂ ਕਰ ਪਾਓਗੇ, ਉਹਦੇ ਪਿੱਛੇ ਭਟਕਦੇ ਰਹੋਗੇ। ਤੇ ਸਾਧ ਸੰਗਤ ਜੀ, ਜੇਕਰ ਉਸ ਪਰਮਾਤਮਾ ਦੇ ਪਿੱਛੇ ਪਿੱਛੇ ਭੱਜਿਆ ਜਾਵੇ ਨਾ ਮਨੁੱਖ, ਉਸ ਧਰਮ ਦੇ ਰਸਤੇ ਦੇ ਉੱਤੇ ਤੁਰਨਾ ਸ਼ੁਰੂ ਕਰੇ, ਤੇ ਇਹੋ ਜਿਹੀਆਂ 9 ਨਿਤੀਆਂ 18 ਸਿੱਧੀਆਂ ਜਿਹੜੀਆਂ ਨੇ ਨਾ, ਉਹ ਮਨੁੱਖ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਉਹ ਦਾਸੀ ਹੋ ਕੇ ਪਿੱਛੇ ਪਿੱਛੇ ਚਰਨਾਂ ਦੇ ਵਿੱਚ ਨਿਵਾਸ ਕਰਦੀਆਂ ਨੇ ਆ ਕੇ, ਵੀ ਸਾਨੂੰ ਆਪਣੇ ਕਿਤੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੋ। ਤੇ ਸਤਿਗੁਰੂ ਪਾਤਸ਼ਾਹ ਇਸ ਕਰਕੇ ਸਮਝਾਉਣ ਦਾ ਯਤਨ ਕਰਦੇ ਨੇ। ਪਾਤਸ਼ਾਹ ਕਹਿਣ ਲੱਗੇ, ਮਾਇਆ ਦੇ ਪਿੱਛੇ ਭਟਕਣ ਦੀ ਜ਼ਰੂਰਤ ਨਹੀਂ, ਤੁਸੀਂ ਸਿਰਫ ਤੇ ਸਿਰਫ ਆਪਣੀ ਜ਼ਿੰਦਗੀ ਦਾ ਆਸਰਾ ਇੱਕ ਪਰਮਾਤਮਾ ਨੂੰ ਮੰਨੋ, ਉਸ ਪਰਮਾਤਮਾ ਦਾ ਪੱਲਾ ਤੁਸੀਂ ਫੜ ਲਓ, ਉਹਦੇ ਲੜ ਤੁਸੀਂ ਲੱਗ ਜਾਓ। ਤੇ ਪਾਤਸ਼ਾਹ ਕਹਿੰਦੇ ਫਿਰ ਪਤਾ ਕੀ ਹੋਵੇਗਾ, ਸਭ ਨਿਦਾਨ ਦਸ਼ਟ ਅਸ਼ਟ ਸਿਦਾਨ ਠਾਕੁਰ ਕਰ ਤਲ ਤਰਿਆ। ਪਾਤਸ਼ਾਹ ਕਹਿੰਦੇ ਸਭ ਨਿਦਾਨ, ਸਾਰੇ ਖਜ਼ਾਨੇ ਦੁਨੀਆ ਦੇ, ਦੁਨੀਆ ਦੀਆਂ ਉਹ ਖੁਸ਼ੀਆਂ, 10 ਅਸ਼ਟ ਸਿਦਾਨ ਠਾਕੁਰ ਕਰ ਤਲ ਧਰਿਆ, ਤੁਹਾਡੇ ਹੱਥਾਂ ਦੇ ਵਿੱਚ, ਤੁਹਾਡੀਆਂ ਤਲੀਆਂ ਵਿੱਚ ਉਹਨੇ ਰੱਖ ਦਿੱਤੀਆਂ। ਜੋ ਚਾਹੋ ਉਹ ਪ੍ਰਾਪਤ ਕਰ ਸਕਦੇ ਹੋ। ਹੱਥ ਜੋੜ ਕੇ ਜੋਦੜੀ ਕਰੋ ਇੱਕ ਵਾਰੀ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੋਗੇ ਠਾਕੁਰ ਤੋਂ ਨਾ, ਪਰਮਾਤਮਾ ਦੇ ਕੋਲ ਉਹੀ ਦੇਵੇਗਾ। ਕਿਉਂ? ਤੇ ਪਾਤਸ਼ਾਹ ਕਹਿੰਦੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਸੋ ਐਸਾ ਹਰ ਤੇ ਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਇੱਦਾਂ ਦੇ ਪਰਮਾਤਮਾ ਨੂੰ ਧਿਆਉਣਾ ਕਰ, ਸਾਰੇ ਸੁੱਖ ਜਿਹੜੇ ਨੇ ਨਾ ਉਹਦੇ ਚਰਨਾਂ ਵਿੱਚ ਨਿਵਾਸ ਕਰਦੇ ਨੇ, ਉਹਦੇ ਚਰਨਾਂ ਦੇ ਵਿੱਚ। ਅਸੀਂ ਇਸੇ ਕਰਕੇ ਤੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਆਪਣਾ ਮਸਤਕ ਜਿਹੜਾ ਨਾ ਉਹ ਅਰਪਿਤ ਕਰਦੇ ਹਾਂ, ਵੀ ਸਤਿਗੁਰੂ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਮੇਰਾ ਸੀਸ ਭੇਟ ਹੈ। ਤੁਹਾਡੇ ਚਰਨਾਂ ਦੇ ਵਿੱਚ ਜਿਹੜੀਆਂ ਰਿੱਧੀਆਂ ਸਿੱਧੀਆਂ ਵਸਦੀਆਂ ਨੇ ਨਾ, ਮੈਂ ਤੁਹਾਡੇ ਚਰਨਾਂ ਵਿੱਚ ਆਪਣਾ ਸੀਸ ਭੇਟ ਕਰਾਂ, ਕਿਤੇ ਮੇਰਾ ਮਸਤਕ ਤੁਹਾਡੇ ਚਰਨਾਂ ਦੇ ਨਾਲ ਸਪਰਸ਼ ਕਰੇ। ਤੇ ਸਤਿਗੁਰੂ ਪਾਤਸ਼ਾਹ ਜੀ ਮੇਰੇ ਵੀ ਭਾਗ ਵਡਭਾਗੇ ਹੋ ਜਾਣ, ਮੈਂ ਵੀ ਕਰਮਾਂ ਵਾਲਾ ਹੋ ਜਾਵਾਂ ਤੁਹਾਡੇ ਚਰਨਾਂ ਦੇ ਨਾਲ ਲੱਗ ਕੇ। ਜਿਸ ਤਰ੍ਹਾਂ ਸਾਧ ਸੰਗਤ ਜੀ ਕਹਿੰਦੇ ਵੇ, ਪਾਣੀ ਦੇ ਵਿੱਚ ਨਾ ਇੱਕ ਤਿਨਕੇ ਦੇ ਨਾਲ ਲੱਗ ਕੇ, ਇੱਕ ਲੱਕੜੀ ਦੇ ਤਿਨਕੇ ਨਾਲ ਜਿਹੜਾ ਲੋਹਾ ਹੁੰਦਾ ਨਾ, ਉਹ ਵੀ ਤਰ ਜਾਂਦਾ ਹੈ, ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੀ ਵੀ ਗਲਤ ਹੋ ਸਕਦੀ ਹੈ ਗੁਰੂ ਦੇ ਚਰਨਾਂ ਵਿੱਚ ਲੱਗ ਕੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਾਇਆ ਦੇ ਹੱਥ ਵਿਕਿਆ ਹੋਇਆ, ਜਿਹੜੀ ਕੱਲ੍ਹ ਵਿਚਾਰ ਕਰਦੇ ਸੀ ਵੀ ਮਾਇਆ ਹੱਥ ਵਿਕਾਣਾ, ਆਪਣੇ ਆਪ ਨੂੰ ਮਾਇਆ ਦੇ ਹੱਥ ਵਿੱਚ ਵੇਚ ਦਿੱਤਾ। ਜੋ ਜੋ ਕਰਮ ਕੀਓ ਲਾਲਚ ਲੱਗ, ਤਿਹ ਤਿਹ ਆਪ ਬੰਧਾਇਓ। ਕਹਿੰਦੇ ਤੂੰ ਬੰਨਿਆ ਗਿਆ ਉਹਦੇ ਵਿੱਚ ਜਕੜਦਾ ਗਿਆ। ਹੁਣ ਜਿਸ ਤਰ੍ਹਾਂ ਮਾਫ਼ ਕਰਨਾ ਸਾਧ ਸੰਗਤ ਜੀ, ਕਿਸੇ ਨੇ ਪਾਪ ਕੀਤਾ
ਇੱਕ ਵਾਰੀ ਕੋਈ ਪਾਪ ਕੀਤਾ, ਲਾਲਚ ਦੇ ਵਿੱਚ ਆ ਕੇ ਉਹਨੂੰ ਕਿਸੇ ਨੇ ਰੋਕਿਆ ਨਹੀਂ, ਤੇ ਫਿਰ ਉਹਦਾ ਪਾਪ ਉਹ ਵੱਧਦਾ ਗਿਆ। ਅਗਲੀ ਵਾਰ ਉਹਨੇ ਉਦੋਂ ਵੱਡਾ ਪਾਪ ਕੀਤਾ, ਹੌਲੀ ਹੌਲੀ ਉਹ ਵੱਧਦਾ ਗਿਆ। ਉਹ ਇੱਕ ਦਿਨ ਬੜਾ ਤਕੜਾ ਡਾਕੂ ਬਣ ਗਿਆ, ਬੜਾ ਤਕੜਾ ਸਮਗਲਰ ਬਣ ਗਿਆ, ਲੁਟੇਰਾ ਬਣ ਗਿਆ। ਉਹਨੇ ਉਸ ਜੰਗਲ ਦੇ ਵਿੱਚ, ਉਸ ਜਾਲ ਦੇ ਵਿੱਚ ਆਪੇ ਫਸਦਾ ਗਿਆ। ਤੇ ਸਤਿਗੁਰੂ ਪਾਤਸ਼ਾਹ ਇਹ ਸਮਝਾਉਣ ਦਾ ਯਤਨ ਕਰਦੇ ਨੇ ਵੀ ਇਹ ਇੱਕ ਦਲਦਲ ਦੀ ਤਰ੍ਹਾਂ ਹੈ, ਇਹਦੇ ਵਿੱਚ ਜੇਕਰ ਤੁਸੀਂ ਪੈਰ ਪਾਓਗੇ ਨਾ ਤੇ ਇਹਦੇ ਵਿੱਚ ਤੁਸੀਂ ਗਰਸੇ ਜਾਓਗੇ, ਇਹਦੇ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ, ਬੰਨੇ ਜਾਓਗੇ ਬੇੜੀਆਂ ਦੇ ਉਹਨਾਂ ਬੰਧਨਾਂ ਦੇ ਵਿੱਚੋਂ ਜਿਹੜੇ ਬੰਧਨ ਕਦੇ ਟੁੱਟਣ ਵਾਲੇ ਨਹੀਂ। ਕਿਸੇ ਨੌਜਵਾਨ ਨੇ ਇੱਦਾਂ ਦੇ ਸੰਗੀਆਂ ਦੀ ਨਾਲ ਪੜ੍ਹਦੇ ਸੀ ਇਕੱਠੇ, ਤੇ ਕਹਿੰਦੇ ਮਿੱਤਰਾਂ ਨੇ ਕਿਹਾ ਅੱਜ ਪਾਰਟੀ ਕਰਨੀ, ਮੇਰਾ ਬਰਥਡੇ ਹੈ। ਉਹ ਪਾਰਟੀ ਕਰਨ ਵਾਸਤੇ, ਸੈਲੀਬ੍ਰੇਟ ਕਰਨ ਵਾਸਤੇ ਕਿਸੇ ਹੋਟਲ ਦੇ ਵਿੱਚ ਕਿਤੇ ਗਏ, ਉੱਥੇ ਜਾ ਕੇ ਬੈਠੇ। ਪਾਰਟੀ ਦੇ ਵਿੱਚ ਉੱਥੇ ਜਿਹੜੀ ਮਦਰਾ ਹੈ, ਜਿਹੜੀ ਸ਼ਰਾਬ ਇਤਿਆਦ, ਉਹਦਾ ਵੀ ਸੇਵਨ ਕੀਤਾ ਗਿਆ। ਉੱਥੇ ਬੱਚੇ ਨੇ ਮਨਾ ਕੀਤਾ ਵੀ ਨਹੀਂ ਮੈਂ ਨਹੀਂ ਪੀਂਦਾ, ਇਹ ਮੇਰੇ ਸਰੀਰ ਵਾਸਤੇ ਹਾਨੀਕਾਰਕ ਹੈ। ਪਰ ਮਿੱਤਰਾਂ ਨੇ ਕਿਹਾ ਵੀ ਸਾਡੀ ਖੁਸ਼ੀ ਵਿੱਚ ਤੂੰ ਸ਼ਰੀਕ ਨਹੀਂ ਹੋਵੇਂਗਾ, ਇੱਕ ਵਾਰੀ ਥੋੜ੍ਹੀ ਜਿਹੀ ਪੀ ਤੇ ਲੈ, ਸਾਡੇ ਵਾਸਤੇ ਪੀ ਲੈ। ਉਸ ਦਿਨ ਥੋੜ੍ਹੀ ਜਿਹੀ ਪੀਤੀ, ਉਸ ਤੋਂ ਬਾਅਦ ਦੇ ਵਿੱਚ ਆਪ ਲੱਭ ਕੇ ਮੰਗ ਕੇ ਪੀਤੀ ਵੀ ਮੈਨੂੰ ਉਹ ਕਿਤੋਂ ਮਿਲ ਜਾਵੇ। ਫਿਰ ਤੇ ਉਹ ਲੁਟਾਉਣ ਤੇ ਆ ਗਿਆ, ਘਰ ਵਿੱਚ ਮਾਰ ਕੁਟਾਈ ਕਰਦਾ ਹੈ, ਪੈਸੇ ਕੱਢ ਕੇ ਲੈ ਜਾਂਦਾ, ਚੋਰੀ ਕਰ ਲੈਂਦਾ, ਜੋ ਲੱਭ ਜੇ ਉਹ ਵੇਚ ਦਿੰਦਾ, ਘਰ ਦੇ ਬਰਤਨ ਵੀ ਵੇਚਦੇ। ਮਾਤਾ ਨੇ ਬੜੀ ਮਸ਼ੱਕਤ ਨਾਲ ਕਿਤੇ ਪੈਸੇ ਜੋੜੇ ਸਨ ਵੀ ਸਿਲੰਡਰ ਭਰਾਉਣਾ ਹੈ, ਗੈਸ ਸਿਲੰਡਰ ਵਾਸਤੇ ਕਿਤੇ ਪੈਸੇ ਇਕੱਠੇ ਕੀਤੇ ਸਨ, ਉਹਦੇ ਹੱਥ ਆ ਗਏ। ਉਹ ਗੈਸ ਸਿਲੰਡਰ ਦੇ ਉਹ ਪੈਸੇ ਵੀ ਉਹਨੇ ਉਜਾੜ ਦਿੱਤੇ ਤੇ ਸਿਲੰਡਰ ਵੀ ਕਿਸੇ ਨੂੰ ਵੇਚ ਦਿੱਤਾ। ਇੱਦਾਂ ਦੇ ਲੋਕ ਵੀ ਹੋਣਗੇ। ਪਾਤਸ਼ਾਹ ਕਹਿੰਦੇ ਫਿਰ ਕੀ ਹੋਇਆ, ਉਹਦੇ ਵਿੱਚ ਗਰਸਿਆ ਜਾਂਦਾ, ਉਹਦੇ ਵਿੱਚ ਬੰਨਿਆ ਜਾਂਦਾ ਹੈ, ਉਹਦੇ ਵਿੱਚੋਂ ਨਿਕਲਣਾ ਫਿਰ ਮੁਸ਼ਕਲ ਹੋ ਜਾਂਦਾ ਹੈ। ਆਪ ਜੀ ਨੇ ਇੱਕ ਨਾਮ ਸੁਣਿਆ ਹੋਵੇਗਾ, ਪੰਜਾਬ ਦੀ ਧਰਤੀ ਦੇ ਉੱਤੇ ਕਦੇ ਇੱਕ ਡਾਕੂ ਸੀ ਜਿਸ ਦਾ ਨਾਮ ਜੱਗਾ ਸੀ। ਬੜੇ ਤਕੜੇ ਡਾਕੇ ਮਾਰਿਆ ਕਰਦਾ ਸੀ। ਕਹਿੰਦੇ ਬਚਪਨ ਦੇ ਵਿੱਚ ਨਾ ਕਿਤੇ ਸਕੂਲ ਪੜ੍ਹਨ ਵਾਸਤੇ ਗਿਆ ਤੇ ਉੱਥੋਂ ਸੰਗੀਆਂ ਨਾਲ ਖੇਡਦਿਆਂ ਮਾੜੀ ਸੰਗਤ ਦੇ ਵਿੱਚ ਬੈਠ ਕੇ ਕਹਿੰਦੇ ਰਸਤੇ 'ਚੋਂ ਆਉਂਦਿਆਂ ਨਾ ਕਿਤੋਂ ਕਿਸੇ ਮੁਰਗੀ ਦਾ ਆਂਡਾ ਚੁੱਕ ਲਿਆਂਦਾ। ਘਰ ਦੇ ਵਿੱਚ ਜਿਸ ਵੇਲੇ ਆਂਡਾ ਲੈ ਕੇ ਆਇਆ ਤੇ ਮਾਂ ਨੂੰ ਦੱਸਿਆ, ਮਾਂ ਮੈਂ ਇੱਕ ਆਂਡਾ ਲੈ ਕੇ ਆਇਆ, ਰਸਤੇ 'ਚੋਂ ਚੁੱਕ ਲਿਆਇਆ ਕਿਸੇ ਮਿੱਤਰ ਦੇ ਘਰੋਂ। ਤੇ ਮਾਂ ਬੜੀ ਖੁਸ਼ ਹੋਈ, ਕਹਿੰਦੀ ਬੇਟਾ ਤੂੰ ਆਂਡਾ ਲੈ ਕੇ ਆਇਆ, ਵਾਹ ਬਈ ਵਾਹ, ਬਹੁਤ ਵਧੀਆ, ਹੱਲਾਸ਼ੇਰੀ ਦਿੱਤੀ। ਉਸ ਦਿਨ ਉਸ ਆਂਡੇ ਦੇ ਉੱਤੇ ਇੰਨੀ ਹੱਲਾਸ਼ੇਰੀ ਮਿਲੀ ਨਾ ਚੋਰੀ ਕੀਤੇ ਹੋਏ, ਤੇ ਅੱਗੇ ਵਾਸਤੇ ਉਹਨੇ ਵੱਡੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ। ਤੇ ਕਹਿੰਦੇ ਜਿਸ ਵੇਲੇ ਜੱਗਾ ਫੜਿਆ ਗਿਆ ਨਾ, ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਉਹਨੂੰ ਪੁੱਛਿਆ ਵੀ ਕੋਈ ਤੇਰੀ ਅਖੀਰੀ ਇੱਛਾ ਹੈ, ਕੋਈ ਪੂਰੀ ਕਰ ਦਈਏ? ਕਹਿੰਦਾ ਮੇਰੀ ਮਾਂ ਨੂੰ ਬੁਲਾ ਦਿਓ। ਉਸ ਦੀ ਮਾਤਾ ਨੂੰ ਸੱਦਿਆ ਗਿਆ, ਮਾਤਾ ਨੂੰ ਆਵਾਜ਼ ਮਾਰੀ, ਕਹਿੰਦਾ ਮਾਂ ਮੇਰੀ ਗੱਲ ਸੁਣ, ਅਖੀਰੀ ਸਮੇਂ ਇੱਕ ਗੱਲ ਕਰਨੀ ਤੇਰੇ ਨਾਲ। ਮਾਂ ਥੋੜ੍ਹੀ ਕਰੀਬ ਆਈ, ਕਹਿੰਦਾ ਆਪਣਾ ਕੰਨ ਮੇਰੇ ਲਾਗੇ ਕਰ, ਮੈਂ ਤੇਰੇ ਕੰਨ ਦੇ ਵਿੱਚ ਕੁਝ ਕਹਿਣਾ। ਜਿਸ ਵੇਲੇ ਮਾਂ ਨੇ ਨਾ ਕੰਨ ਆਪਣਾ ਉਸ ਦੇ ਲਾਗੇ ਕੀਤਾ ਤੇ ਕੰਨ ਦੇ ਉੱਤੇ ਦੰਦੀ ਵੱਢ ਲਈ, ਚੱਕ ਭਰ ਲਿਆ ਉਸ ਦੇ ਕੰਨ ਨੂੰ। ਤੇ ਮਾਂ ਉਸੇ ਵੇਲੇ ਚੀਕਾਂ ਮਾਰ ਕੇ, ਧਾਂ ਮਾਰ ਕੇ ਰੋਈ। ਸਾਰਿਆਂ ਪੁੱਛਿਆ, ਉਹਨਾਂ ਸਵਾਲ ਕੀਤਾ ਵੀ ਉਹ ਭਲਿਆ ਤੂੰ ਕਿੱਦਾਂ ਦਾ ਬੰਦਾ, ਤੈਨੂੰ ਹੁਣ ਫਾਂਸੀ ਦੀ ਸਜ਼ਾ ਹੋਣੀ ਤੇ ਆਪਣੀ ਮਾਂ ਦੇ ਕੰਨ 'ਤੇ ਹੀ ਦੰਦੀ ਵੱਢ ਦਿੱਤੀ ਹੈ, ਕੰਨ ਵੱਢ ਕੇ ਖਾ ਗਿਆ ਓਏ। ਉਹ ਕਹਿੰਦਾ ਮੇਰੇ ਹੱਥ ਬੰਨੇ ਹੋਏ ਸਨ, ਮੇਰੇ ਕੋਲ ਹੋਰ ਕੋਈ ਤਰੀਕਾ, ਕੋਈ ਵਿਧ ਨਹੀਂ ਸੀ, ਇਹ ਕੰਨ ਹੀ ਮੇਰੇ ਲਾਗੇ ਆਇਆ, ਮੈਂ ਇਹਦੇ 'ਤੇ ਆਪਣਾ ਗੁੱਸਾ ਜਿਹੜਾ ਸੀ ਉਹ ਕੱਢ ਦਿੱਤਾ। ਮਾਂ ਨੇ ਪੁੱਛਿਆ ਪੁੱਤਰ ਕਾਰਨ ਕੀ? ਕਹਿੰਦਾ ਮਾਂ ਜਿਸ ਦਿਨ ਮੈਂ ਰਸਤੇ ਵਿੱਚ ਆਉਂਦਿਆਂ ਮੁਰਗੀ ਦਾ ਆਂਡਾ ਚੋਰੀ ਕਰਕੇ ਲੈ ਕੇ ਆਇਆ ਘਰ ਵਿੱਚ, ਜੇਕਰ ਉਸ ਦਿਨ ਤੂੰ ਮੈਨੂੰ ਹੱਲਾਸ਼ੇਰੀ ਨਾ ਦਿੱਤੀ ਹੁੰਦੀ, ਮੇਰੀ ਪਿੱਠ ਨਾ ਥਪਥਪਾਈ ਹੁੰਦੀ ਨਾ, ਉਦਣ ਮੇਰੇ ਮੂੰਹ 'ਤੇ 2 ਚਪੇੜਾ ਮਾਰ ਕੇ ਮੈਨੂੰ ਕਿਹਾ ਹੁੰਦਾ ਵੀ ਜਾ ਜਿੱਥੋਂ ਆਂਡਾ ਲੈ ਕੇ ਉੱਥੇ ਵਾਪਸ ਰੱਖ ਕੇ ਆ, ਚੋਰੀ ਕਰਨਾ ਮਹਾ ਪਾਪ ਤੇ ਗੁਨਾਹ ਹੁੰਦਾ, ਕਿਸੇ ਚੋਰ ਨੂੰ ਮੇਰੇ ਘਰ ਦੇ ਵਿੱਚ ਕੋਈ ਥਾਂ ਨਹੀਂ।
ਜੇ ਮਾਂ ਤੂੰ ਉਦਣ ਮੈਨੂੰ ਤਾੜ ਨਾ ਕੀਤੀ ਹੁੰਦੀ ਤੇ ਅੱਜ ਮੈਂ ਜੱਗਾ ਡਾਕੂ ਨਾ ਬਣਦਾ ਇਸ ਸੰਸਾਰ ਵਿੱਚ। ਤੇਰੀ ਹੱਲਾਸ਼ੇਰੀ ਨੇ, ਤੇਰੇ ਦਿੱਤੇ ਹੋਏ ਉਹਨਾਂ ਗੁਣਾਂ ਨੇ ਮੈਨੂੰ ਅੱਜ ਐਡਾ ਤਕੜਾ, ਔਗਣਾਂ ਨੇ ਮੈਨੂੰ ਐਡਾ ਤਕੜਾ ਡਾਕੂ ਬਣਾ ਦਿੱਤਾ। ਤੂੰ ਇੱਦਾਂ ਦੀ ਸਿੱਖਿਆ ਦਿੱਤੀ, ਮੈਨੂੰ ਬੜਾਵਾ ਦਿੱਤਾ ਮੇਰੀਆਂ ਚੋਰੀਆਂ ਨੂੰ, ਮੇਰੇ ਔਗਣਾਂ ਨੂੰ ਤੂੰ ਦੇਖ ਕੇ ਤੇ ਅਣਡਿੱਠ ਕਰਦੀ ਰਹੀ। ਇਸ ਤਰ੍ਹਾਂ ਮਾਫ਼ ਕਰਨਾ ਸਾਧ ਸੰਗਤ ਜੀ, ਇੱਕ ਕੀਤਾ ਹੋਇਆ ਪਾਪ ਇੱਕ ਗੁਨਾਹ ਬਣ ਜਾਂਦਾ ਹੈ। ਉਹ ਗੁਨਾਹ ਹੌਲੀ ਹੌਲੀ ਐਡਾ ਤਕੜਾ ਅਪਰਾਧ ਬਣ ਜਾਂਦਾ ਹੈ। ਮਨੁੱਖ ਉਹਦੇ ਵਿੱਚੋਂ ਚਾਹ ਕੇ ਵੀ ਕਦੇ ਬਾਹਰ ਨਹੀਂ ਨਿਕਲ ਸਕਦਾ। ਕਿਉਂ? ਕਿਉਂਕਿ ਇਹ ਇੱਕ ਦਲਦਲ ਹੈ। ਤੇ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਆਪ ਹੀ ਤੂੰ ਬੰਨਿਆ ਗਿਆ, ਇਹਨਾਂ ਬੇੜੀਆਂ ਵਿੱਚ ਆਪ ਹੀ ਤੂੰ ਜਕੜਿਆ ਗਿਆ ਹੈ, ਤੈਨੂੰ ਕਿਸੇ ਜਕੜਿਆ ਨਹੀਂ। ਰਹਾਓ। ਪਾਤਸ਼ਾਹ ਅੱਗੇ ਕਹਿੰਦੇ, ਸਮਝ ਨ ਪਰੀ ਬਿਖੈ ਰਸ ਰਚਿਓ, ਜਸ ਹਰ ਕੋ ਬਿਸਰਾਇਓ। ਸਮਝ ਨਾ ਪਰੀ ਬਿਖੈ ਰਸ ਰਚਿਓ। ਕਹਿੰਦੇ ਮੈਨੂੰ ਕੋਈ ਸਮਝ ਨਹੀਂ ਪੈਂਦੀ, ਮੈਨੂੰ ਕੋਈ ਸੂਝ ਨਹੀਂ, ਮੈਨੂੰ ਕੋਈ ਅਕਲ ਨਹੀਂ, ਮੈਨੂੰ ਸੱਚ ਤੇ ਝੂਠ ਦਾ ਕੋਈ ਪਤਾ ਨਹੀਂ, ਮੈਨੂੰ ਇੱਥੇ ਕੁਝ ਪਤਾ ਨਹੀਂ ਲੱਗ ਰਿਹਾ। ਬਿਖੈ ਰਸ, ਬਿਖ ਕਹਿੰਦੇ ਨੇ ਜ਼ਹਿਰ ਨੂੰ, ਜ਼ਹਿਰ ਨੂੰ ਮੈਂ ਰਸ ਸਮਝ ਕੇ ਉਹਦੇ ਵਿੱਚ ਰਚਿਆ ਗਿਆ। ਤੇ ਮਾਫ਼ ਕਰਨਾ ਸਾਧ ਸੰਗਤ ਜੀ, ਜਿਸ ਕਿਸੇ ਨੇ ਸੇਵਨ ਜਿਹੜਾ ਹੈ ਉਹ ਜ਼ਹਿਰ ਦਾ ਕੀਤਾ ਹੋਵੇ ਤੇ ਪਾਤਸ਼ਾਹ ਕਹਿੰਦੇ ਫਿਰ ਹਰੀ ਪਰਮਾਤਮਾ ਤੇ ਉਹਦੇ ਤੋਂ ਵਿਸਰ ਹੀ ਜਾਂਦਾ ਹੈ। ਉਹ ਪਰਮਾਤਮਾ ਤੋਂ ਦੂਰ 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 ਹੁੰਦਾ, ਦੂਰ ਚਲਿਆ ਜਾਂਦਾ ਹੈ। ਜਿਹਨੂੰ ਪਾਤਸ਼ਾਹ ਕਹਿੰਦੇ, ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਚੈ ਭਾਉ ਤਰੇ। ਵੀ ਕਦੇ ਅੰਮ੍ਰਿਤ ਦਾ ਵਪਾਰ ਕਰਨ ਵਾਲਾ, ਅੰਮ੍ਰਿਤ ਪੀਣ ਵਾਲਾ, ਜਿਹਦਾ ਆਹਾਰ ਅੰਮ੍ਰਿਤ ਹੋਵੇ ਨਾ, ਕਿਆ ਮਦ ਛੂਚੈ। ਮਦ ਕਹਿੰਦੇ ਨੇ ਮਧੁਰਾ ਨੂੰ। ਉਹ ਸ਼ਰਾਬਾਂ ਦੇ ਉੱਤੇ ਆਪਣੀਆਂ ਲਾਰਾਂ ਨਹੀਂ ਡੇਗਦਾ ਫਿਰਦਾ, ਉਸ ਵੱਲ ਨਿਗਾਹ ਵੀ ਨਹੀਂ ਕਰਦਾ। ਜਿਹੜਾ ਅੰਮ੍ਰਿਤ ਦਾ ਵਪਾਰੀ ਹੋਵੇ, ਸੱਚ ਦਾ ਵਪਾਰੀ ਹੋਵੇ, ਝੂਠ ਨਾਲ ਕਦੇ ਸਾਂਝ ਨਹੀਂ ਪਾਉਂਦਾ, ਕਦੇ ਵਣਜਦਾ ਨਹੀਂ। ਤੇ ਪਾਤਸ਼ਾਹ ਕਹਿੰਦੇ ਜ਼ਹਿਰ ਦੇ ਨਾਲ ਹੀ ਆਪਣੀ ਮਿੱਤਰਤਾ ਪਾਈ ਬੈਠਾ ਹੈ, ਜ਼ਹਿਰ ਦੇ ਨਾਲ ਹੀ। ਜਿਸ ਤਰ੍ਹਾਂ ਦੇ ਨਾਲ ਸੱਪ ਦੇਖਿਆ ਹੋਵੇ ਨਾ, ਕਹਿੰਦੇ ਸੱਪ ਦਾ ਕਦੇ ਜੀਵਨ ਦੇਖੋ ਤੁਸੀਂ। ਸੱਪ ਕੁੰਚ ਛੋੜੈ ਬਿਖ ਨਹੀਂ ਛਾੜੈ। ਵੀ ਸੱਪ ਜਿਹੜਾ ਨਾ, ਜਿਸ ਤਰ੍ਹਾਂ ਮਨੁੱਖ ਜਿਹੜਾ ਨਾ ਪਹਿਰਾਵਾ, ਆਪਣਾ ਲਿਬਾਸ ਬਦਲੀ ਕਰਦਾ ਰਹਿੰਦਾ ਹੈ, ਅੰਦਰ ਦੀ ਬਿਰਤੀ ਕਦੇ ਬਦਲੀ ਨਹੀਂ ਕਰਦਾ। ਬਿਰਤੀ ਅੰਦਰ ਉਹੀ ਰਹਿੰਦੀ ਹੈ ਮਨੁੱਖ ਦੀ, ਮੱਤ ਉਹਦੀ ਉਹੀ ਰਹਿੰਦੀ ਹੈ। ਬਾਹਰੀ ਤੌਰ ਦੇ ਉੱਤੇ ਲਿਬਾਸ ਨਵੇਂ ਨਵੇਂ ਧਾਰਨ ਕਰਦਾ ਰਹਿੰਦਾ ਹੈ, ਦੁਨੀਆ ਨੂੰ ਭਰਮਾਉਣ ਖਾਤਰ ਲਿਬਾਸ ਬਦਲੀ ਕਰਦਾ ਹੈ, ਭਰਮਾਉਣ ਦੇ ਲਈ। ਅੰਦਰਲੀ ਮੱਤ ਜਿਹੜੀ ਹੈ ਉਹਨੂੰ ਬਦਲੀ ਕਦੇ ਨਹੀਂ ਕਰਦਾ। ਇਸੇ ਤਰ੍ਹਾਂ ਕਹਿੰਦੇ ਵੀ ਸੱਪ ਦੇ ਕੋਲ ਜਿਹੜਾ ਜ਼ਹਿਰ ਹੈ ਨਾ, ਜਿਸ ਜ਼ਹਿਰ ਦੇ ਕੋਲੋਂ ਸੱਪ ਆਪ ਬੜਾ ਪਰੇਸ਼ਾਨ ਹੈ, ਜਿਸ ਜ਼ਹਿਰ ਤੋਂ ਸੱਪ ਆਪ ਬੜਾ ਪਰੇਸ਼ਾਨ ਹੈ। ਕਿਉਂਕਿ ਸਾਧ ਸੰਗਤ ਜੀ, ਜਿਸ ਵੇਲੇ ਗਰਮੀ ਦਾ ਮੌਸਮ ਆਉਂਦਾ ਨਾ, ਇੱਕ ਤੇ ਅੱਤ ਦੀ ਗਰਮੀ ਹੁੰਦੀ ਆ, ਇੱਕ ਉਹਦੇ ਅੰਦਰ ਉਸ ਜਿਹੜਾ ਜ਼ਹਿਰ ਹੈ ਉਹ ਸੱਪ ਦੇ ਅੰਦਰ ਨਾ, ਉਹਦੀ ਗਰਮਾਇਸ਼ ਜਿਹੜੀ ਹੈ, ਉਹਦੀ ਤਪਸ਼ ਜਿਹੜੀ ਹੈ ਨਾ, ਸੱਪ ਨੂੰ ਬੇਚੈਨ ਕਰਕੇ ਰੱਖਦੀ, ਉਹਨੂੰ ਜਿਉਣ ਨਹੀਂ ਦਿੰਦੀ। ਕਹਿੰਦੇ ਉਸ ਜ਼ਹਿਰ ਨੂੰ ਤੇ ਉਹ ਛੱਡ ਨਹੀਂ ਸਕਦਾ, ਉਹਦੇ ਨਾਲ ਤੇ ਮਿੱਤਰਤਾ ਪਾਈ ਹੈ। ਸੱਪ ਜ਼ਹਿਰ ਨੂੰ ਕਦੇ ਨਹੀਂ ਛੱਡਦਾ। ਤਣ ਦੇ ਉੱਤੇ ਪਾਈ ਹੋਈ, ਜਿਹੜੀ ਤਣ ਦੇ ਉੱਤੇ ਉਹਦੇ ਇੱਕ ਕੁੰਚ ਚੜੀ ਹੁੰਦੀ ਹੈ ਨਾ, ਇੱਕ ਪੰਨੀ ਦੀ ਤਰ੍ਹਾਂ ਉਹਦੇ ਉੱਪਰ ਹੁੰਦਾ ਹੈ, ਜਿਹਨੂੰ ਉਹ ਕੁਝ ਸਮੇਂ ਬਾਅਦ, ਮਹੀਨਿਆਂ ਬਾਅਦ, ਕੁਝ ਸਮੇਂ ਬਾਅਦ ਬਦਲੀ ਕਰਦਾ ਹੈ, ਲਾ ਦਿੰਦਾ, ਉਹ ਤਣ ਤੋਂ ਉਤਰਦੀ ਹੈ। ਜਿਸ ਤਰ੍ਹਾਂ ਸਾਡੀ ਸਕਿਨ ਤੋਂ ਬਰੀਕ ਜਿਹੜੀ ਪਤਲੀ ਪਰਤ ਚਮੜੀ ਦੀ ਹੈ, ਉਹ ਕਈ ਵਾਰ ਇਨਫੈਕਸ਼ਨ ਕਰਕੇ ਉਤਰਨਾ ਸ਼ੁਰੂ ਹੁੰਦੀ ਹੈ। ਇਸ ਤਰ੍ਹਾਂ ਦੇ ਨਾਲ ਉਹ ਕਹਿੰਦੇ ਵੀ ਉਹ ਕੁੰਜ ਜਿਹੜੀ ਹੈ ਉਹਨੂੰ ਬਦਲੀ ਕਰ ਦਿੰਦਾ ਹੈ, ਉਹਨੂੰ ਛੱਡ ਦਿੰਦਾ, ਪਰ ਜ਼ਹਿਰ ਨੂੰ ਉਹ ਨਹੀਂ ਛੱਡਦਾ, ਜ਼ਹਿਰ ਦੇ ਨਾਲ ਮਿੱਤਰਤਾ ਪਾ ਕੇ ਰੱਖਦਾ ਹੈ। ਤੇ ਜਿਸ ਜ਼ਹਿਰ ਦੇ ਨਾਲ, ਜਿਸ ਵਿਸ਼ੇ ਦੇ ਨਾਲ, ਵਿਸ਼ੇ ਵਿਕਾਰਾਂ ਨਾਲ ਮਿੱਤਰਤਾ ਪਾਈ, ਪਾਤਸ਼ਾਹ ਕਹਿੰਦੇ ਉਹਦੇ ਕਰਕੇ ਤੂੰ ਪਰੇਸ਼ਾਨ ਹੋ ਰਿਹਾ ਹੈ। ਤੇ ਪਰਮਾਤਮਾ ਤੋਂ ਤਾਂ ਤੂੰ ਬਹੁਤ ਦੂਰ ਗਿਆ, ਪਰਮਾਤਮਾ ਤੇ ਤੈਨੂੰ ਵਿਸਰ ਗਿਆ। ਤੇ ਗੁਰਦੇਵ ਸਤਿਗੁਰੂ ਬਚਨ ਕਰਦੇ, ਕਹਿੰਦੇ ਸੰਗ ਸੁਆਮੀ ਸੋ ਜਾਣਿਓ ਨਾਹਨ, ਬਨ ਖੋਜਨ ਕੋ ਧਾਇਆ। ਪਰਮਾਤਮਾ ਵਿਸਰ ਗਿਆ। ਹੁਣ ਮਾਫ਼ ਕਰਨਾ ਸਾਧ ਸੰਗਤ ਜੀ, ਉਹ ਪਰਮਾਤਮਾ ਨੂੰ, ਕਿਉਂਕਿ ਇਹ ਆਰੰਭਤਾ ਵਿੱਚ ਬਚਨ ਪੜ੍ਹਿਆ ਸੀ ਨਾ, ਭੁੱਲਿਓ ਮਨ, ਮਨੁੱਖ ਭੁੱਲਿਆ ਹੋਇਆ ਹੈ।
ਗਾਫਲ ਹੋ ਚੁੱਕਿਆ, ਇਹਨੂੰ ਯਾਦ ਨਹੀਂ, ਇਹ ਤੇ ਭਟਕਣਾ ਵਿੱਚ ਪੈ ਗਿਆ। ਪਾਤਸ਼ਾਹ ਕਹਿੰਦੇ ਹੁਣ ਭੁੱਲਿਆ ਹੋਇਆ ਮਨੁੱਖ ਕੀ ਕਰਦਾ ਹੈ? ਪਹਾੜਾਂ ਦੇ ਵਿੱਚ, ਬਨਾਂ ਦੇ ਵਿੱਚ ਜਾ ਕੇ ਨਾ ਪਰਮਾਤਮਾ ਨੂੰ, ਸੱਚ ਨੂੰ, ਸ਼ਾਂਤੀ ਲੱਭਦਾ ਫਿਰਦਾ, ਉੱਥੇ ਚੈਨ ਲੱਭਦਾ ਫਿਰਦਾ। ਪਹਾੜਾਂ ਵਿੱਚ ਜਾ ਕੇ, ਬਨਾਂ ਵਿੱਚ ਜਾ ਕੇ, ਉਹਨਾਂ ਗੁਫਾਵਾਂ ਵਿੱਚ ਵਾਸਾ ਕਰਕੇ ਨਾ ਉੱਥੇ ਸ਼ਾਂਤੀ ਲੱਭਦਾ ਹੈ, ਉੱਥੇ ਮੁਕਤੀ ਲੱਭਦਾ ਹੈ, ਸਦਾ ਵਾਸਤੇ ਟਿਕਾ ਲੱਭਦਾ ਹੈ। ਪਰ ਪਾਤਸ਼ਾਹ ਕਹਿੰਦੇ ਉਹ ਨਿਦਾਨ ਜਿਹੜਾ ਹੈ, ਜਿਹੜੀ ਉਹ ਅਟਲ ਸੱਚਾਈ ਹੈ, ਜਿਹੜੀ ਸ਼ਾਂਤੀ ਦਾ ਸੋਮਾ ਹੈ, ਉਹ ਪਰਮਾਤਮਾ ਤੇ ਤੇਰੇ ਅੰਦਰ ਵਿਸਿਆ ਹੋਇਆ ਹੈ, ਤੇਰੇ ਅੰਦਰ ਵਸਿਆ ਹੋਇਆ ਹੈ। ਤੂੰ ਬਾਹਰ ਲੱਭਦਾ ਫਿਰਦਾ ਹੈ, ਪਰਮਾਤਮਾ ਤੇਰੇ ਨਾਲ ਹੈ ਬਿਲਕੁਲ। ਸੰਗ ਸੁਆਮੀ ਸੋ ਜਾਣਿਓ ਨਾਹਨ, ਪਰਮਾਤਮਾ ਤੇਰੇ ਨਾਲ ਹੈ, ਤੇਰਾ ਸੁਆਮੀ, ਤੇਰਾ ਸਿਰ ਦਾ ਸਾਈਂ, ਤੂੰ ਜਾਣਿਆ ਹੀ ਨਹੀਂ। ਕਿਉਂ ਨਹੀਂ ਜਾਣਿਆ ਸਾਧ ਸੰਗਤ ਜੀ? ਕਿਉਂਕਿ ਮਨ ਭੁੱਲਿਆ ਹੋਇਆ ਸੀ, ਗਾਫਲ, ਮਾਇਆ ਦੇ ਵਿੱਚ ਫਸਿਆ ਹੋਇਆ ਸੀ। ਕਿੱਦਾਂ ਸਮਝ ਸਕਦਾ ਹੈ? ਸਮਝ ਨਹੀਂ ਪਾ ਰਿਹਾ। ਪਾਤਸ਼ਾਹ ਕਹਿੰਦੇ ਜੰਗਲਾਂ ਦੇ ਵਿੱਚ ਲੱਭਦਾ ਫਿਰਦਾ ਹੈ, ਜੰਗਲਾਂ ਵਿੱਚ ਪਰਮਾਤਮਾ ਨੂੰ ਲੱਭਦਾ ਫਿਰਦਾ, ਉੱਥੇ ਨਹੀਂ, ਪਰਮਾਤਮਾ ਤੇਰੇ ਅੰਦਰ ਹੀ ਵਾਸਾ ਕਰਦਾ ਹੈ। ਹੁਣ ਮਾफ़ ਕਰਨਾ ਸਾਧ ਸੰਗਤ ਜੀ, ਕਿਸੇ ਬਜ਼ੁਰਗ ਮਾਤਾ ਦੀ ਨਾ ਘਰ ਦੇ ਵਿੱਚ ਇੱਕ ਸੂਈ ਗਵਾਚ ਗਈ, ਸੂਈ ਗਵਾਚ ਗਈ ਘਰ ਦੇ ਅੰਦਰ, ਤੇ ਉਹ ਲੱਭਦੀ ਹੈ ਮਕਾਨ ਤੋਂ ਬਾਹਰ ਜਾ ਕੇ। ਇੱਕ ਨੌਜਵਾਨ, ਇੱਕ ਬੱਚਾ ਉੱਥੋਂ ਲੰਘਿਆ ਜਾਂਦਾ ਤੇ ਮਾਂ ਨੂੰ ਪੁੱਛਦਾ, ਮਾਤਾ, ਬਜ਼ੁਰਗ ਮਾਤਾ, ਕੀ ਲੱਭਦੇ ਹੋ? ਮਾਤਾ ਕਹਿਣ ਲੱਗੀ ਕੁਝ ਕੱਪੜਾ ਸਿਉਣਾ ਸੀ, ਉਹਦੇ ਵਾਸਤੇ ਇੱਕ ਸੂਈ ਸੀ, ਉਹ ਮੇਰੀ ਡਿੱਗ ਗਈ ਕਿਤੇ। ਉਹਨੇ ਪੁੱਛਿਆ, ਮਾਤਾ ਸੂਈ ਡਿੱਗੀ ਕਿੱਥੇ? ਕਿੱਥੇ ਡਿੱਗੀ ਸੀ ਪਹਿਲਾਂ? ਕਹਿੰਦੀ ਮੈਂ ਅੰਦਰ ਬੈਠੀ ਸੀ, ਉੱਥੇ ਸੂਈ ਡਿੱਗੀ ਹੈ। ਫਿਰ ਉਹਨੇ ਸਵਾਲ ਕੀਤਾ ਰਮਜ ਵਿੱਚ, ਕਹਿੰਦਾ ਜੇਕਰ ਅੰਦਰ ਡਿੱਗੀ ਸੀ ਸੂਈ ਤੇ ਬਾਹਰ ਕਿਉਂ ਲੱਭਦੇ ਹੋ? ਅੰਦਰ ਡਿੱਗੀ ਸੀ ਤੇ ਉਹਨੂੰ ਅੰਦਰ ਲੱਭਣਾ ਪਏਗਾ ਨਾ, ਬਾਹਰ ਤੇ ਨਹੀਂ ਹੋਏਗੀ ਨਾ ਉਹ। ਉਹਨੇ ਰਮਜ ਵਿੱਚ ਗੱਲ ਕੀਤੀ ਵੀ ਪਰਮਾਤਮਾ ਅੰਦਰ ਹੀ ਹੈ, ਪਰਮਾਤਮਾ ਨੂੰ ਜੇਕਰ ਖੋਜਣਾ ਹੈ ਅੰਦਰ ਖੋਜਣਾ ਪਵੇਗਾ, ਬਾਹਰ ਪਰਮਾਤਮਾ ਨਹੀਂ ਜਿੱਥੇ ਅਸੀਂ ਲੱਭਦੇ ਹਾਂ। ਹੁਣ ਮਾफ़ ਕਰਨਾ ਸਾਧ ਸੰਗਤ ਜੀ, ਜਿਸ ਤਰ੍ਹਾਂ ਪਾਣੀ ਜਿਹੜਾ ਹੈ ਨਾ ਧਰਤੀ ਦੇ ਹਰ ਥਾਂ ਦੇ ਉੱਤੇ ਸਮਾਇਆ ਹੋਇਆ ਹੈ, ਜਿੱਥੋਂ ਮਰਜ਼ੀ ਖੋਦ ਕੇ ਦੇਖੋ, ਪੱਟ ਕੇ ਦੇਖੋ, ਬੋਰਿੰਗ ਕਰਕੇ ਦੇਖੋ, ਪਾਣੀ ਉੱਥੋਂ ਨਿਕਲੇਗਾ। ਪਰ ਜੇਕਰ ਤੁਸੀਂ ਇਸ ਤਰ੍ਹਾਂ ਦੇਖੋਗੇ ਤਾਂ ਕਿਤੇ ਨਜ਼ਰ ਨਹੀਂ ਆਏਗਾ, ਪਰ ਹਰ ਥਾਂ ਤੇ ਹੈ। ਪ੍ਰਗਟ ਕਰਨਾ ਪਵੇਗਾ, ਖੋਜਣਾ ਪਵੇਗਾ। ਹਰ ਇੱਕ ਲੱਕੜੀ ਦੇ ਵਿੱਚ ਅੱਗ ਸਮਾਈ ਹੋਈ ਹੈ, ਉਹਨੂੰ ਬਾਹਰ ਕੱਢਣਾ ਪਵੇਗਾ। ਪ੍ਰਗਟ ਕਰੋਗੇ ਤੇ ਅੱਗ ਲੱਕੜ ਦੇ ਵਿੱਚੋਂ ਨਿਕਲ ਕੇ ਆਏਗੀ। ਪ੍ਰਗਟ ਕਰੋਗੇ ਤੇ ਅੱਗ ਪ੍ਰਗਟ ਹੋ ਜਾਵੇਗੀ। ਪ੍ਰਗਟ ਕਰਨਾ ਚਾਹੋਗੇ ਤੇ ਦੁੱਧ ਦੇ ਵਿੱਚੋਂ ਮੱਖਣ, ਮੱਖਣ ਦੇ ਵਿੱਚੋਂ ਘੀ ਜਿਹੜਾ ਹੈ ਪਰਮ ਤੱਤ, ਉਹ ਨਿਕਲ ਕੇ ਆਵੇਗਾ, ਸਮਾਇਆ ਉਹਦੇ ਅੰਦਰ ਹੋਇਆ ਹੈ। ਜੇਕਰ ਖੋਜੋਗੇ ਉਹਦੇ ਵਿੱਚੋਂ ਸਾਰੇ ਰਤਨ ਬਾਹਰ ਆ ਜਾਣਗੇ, ਪਰ ਯਤਨ ਕਰਨਾ ਪਵੇਗਾ ਖੋਜਣ ਦਾ। ਪਰਮਾਤਮਾ ਸਾਡੇ ਅੰਦਰ ਹੀ ਵਸਿਆ ਹੋਇਆ ਹੈ, ਸਿਰਫ ਤੇ ਸਿਰਫ ਦੇਰੀ ਹੈ ਉਹਨੂੰ ਜ਼ਾਹਰ ਕਰਨ ਦੀ, ਬਾਹਰ ਕੱਢਣ ਦੀ। ਰਤਨ ਰਾਮ ਕਟਹੀ ਕੇ ਪੀਤਰ, ਤਾਕੋ ਗਿਆਨ ਨਾ ਪਾਇਓ। ਪਰਮਾਤਮਾ ਇੱਕ ਕੀਮਤੀ ਰਤਨ ਦੀ ਤਰ੍ਹਾਂ ਹੈ, ਮਹਿੰਗਾ ਉਹ ਰਤਨ। ਜਿਸ ਤਰ੍ਹਾਂ ਹੀਰੇ ਮੋਤੀ ਉਹ ਕੋਹੇ ਨੂਰ ਹੀਰਾ ਹੋਵੇਗਾ, ਉਸ ਤਰ੍ਹਾਂ ਹੈ ਪਰਮਾਤਮਾ ਬੇਸ਼ ਕੀਮਤੀ ਰਤਨ ਦੀ ਤਰ੍ਹਾਂ। ਪਾਤਸ਼ਾਹ ਕਹਿੰਦੇ ਨੇ ਰਾਮ ਰਤਨ ਕਟਹੀ ਕੇ ਪੀਤਰ, ਪਰਮਾਤਮਾ ਰੂਪੀ ਉਹ ਰਤਨ ਜਿਹੜਾ ਹੈ, ਉਹ ਹੀਰਾ ਜਿਹੜਾ ਹੈ ਤੇਰੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ। ਤਾਂ ਕੋ ਗਿਆਨ ਨਾ ਪਾਇਓ, ਤੈਨੂੰ ਉਹਦੇ ਬਾਬਤ ਕੋਈ ਗਿਆਨ ਹੀ ਨਹੀਂ, ਕੋਈ ਸਮਝ ਨਹੀਂ, ਤੂੰ ਹਨੇਰੇ ਵਿੱਚ ਭਟਕ ਰਿਹਾ ਹੈ। ਜਿਸ ਤਰ੍ਹਾਂ ਮਾफ़ ਕਰਨਾ ਸਾਧ ਸੰਗਤ ਜੀ, ਕੋਈ ਮੁਸਾਫਿਰ ਜਿਹੜਾ ਸੀ ਨਾ, ਉਹ ਰਸਤੇ ਤੇ ਤੁਰਿਆ ਜਾਂਦਾ ਹੈ, ਤਰਦਿਆਂ ਤੁਰਦਿਆਂ ਜਿਹੜਾ ਨਾ ਰਾਤ ਪੈ ਗਈ, ਪੈਂਡਾ ਬੜਾ ਦੂਰ ਦਾ ਤੈਅ ਕਰਨਾ। ਜਿਸ ਵੇਲੇ ਰਾਤ ਪੈ ਗਈ ਨਾ, ਉਹਦੇ ਕੋਲੇ ਇੱਕ ਲਾਲਟਨ ਹੈ ਛੋਟੀ ਜੀ, ਉਹਦੇ ਵਿੱਚ ਛੋਟੀ ਜੀ ਇੱਕ ਬੱਤੀ ਜਿਹੜੀ ਹੈ ਰੋਸ਼ਨੀ ਦੀ ਜਗਦੀ ਹੈ। ਇੱਕ ਮੁਸਾਫਿਰ ਉੱਥੋਂ ਲੰਘਿਆ ਤੇ ਉਹਨੇ ਉਹਨੂੰ ਪੁੱਛਿਆ, ਉਹ ਕਹਿਣ ਲੱਗਾ, ਕਹਿੰਦਾ ਤੇਰੇ ਕੋਲੇ ਜਿਹੜੀ ਲਾਲਟਨ ਹੈ ਇਹਦੀ ਜ਼ਿਆਦਾ ਰੋਸ਼ਨੀ ਨਹੀਂ, ਇਹ ਤੇ ਥੋੜ੍ਹਾ ਜਿਹਾ 2 ਕਦਮ ਦਿਖਾਉਂਦੀ ਹੈ ਰਸਤਾ, ਹਨੇਰੇ ਦੇ ਵਿੱਚ 2 ਕਦਮ ਰਸਤਾ ਦਿਖਾਉਂਦੀ ਹੈ, ਤੇ ਇਹਦੇ ਨਾਲ ਪੈਂਡਾ ਤੈਅ ਨਹੀਂ ਕੀਤਾ ਜਾ ਸਕਦਾ, ਤੂੰ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਆ ਮੇਰੇ ਨਾਲ ਇੱਥੇ ਵਿਸ਼ਰਾਮ ਕਰ ਲਾ, ਆਪਾਂ ਸਵੇਰ ਹੁੰਦਿਆਂ ਹੀ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋਵਾਂਗੇ। ਪਰ ਉਹਨੇ ਜਵਾਬ ਪਤਾ ਕੀ ਦਿੱਤਾ?
ਉਹ ਕਹਿੰਦਾ ਵੀ ਜਿਹੜੀ ਮੈਂ ਮੰਜ਼ਿਲ ਤੇ ਜਾਣਾ, ਹੋ ਸਕਦਾ ਮੈਂ ਸਾਰੀ ਰਾਤ ਵਿੱਚ ਆਪਣੀ ਬਾਟ ਪੂਰੀ ਨਾ ਕਰ ਸਕਾਂ, ਮੰਜ਼ਿਲ ਤੇ ਨਾ ਪਹੁੰਚ ਸਕਾਂ, ਪਰ ਇਹ 2 ਕਦਮ ਰਸਤਾ ਦਿਖਾਉਂਦੀ ਹੈ। ਇੱਥੋਂ ਇਹਨੇ 2 ਕਦਮ ਮੈਨੂੰ ਦਿਖਾਏ, ਮੈਂ 2 ਕਦਮ ਤੁਰਿਆ, ਅੱਗੇ ਫਿਰ 2 ਕਦਮ ਦਿਖਾਏ, ਮੈਂ 2 ਕਦਮ ਤੁਰਿਆ, ਫਿਰ ਅੱਗੇ 2 ਕਦਮ ਦਿਖਾਏ, ਮੈਂ ਸਾਰੀ ਰਾਤ ਦੇ ਵਿੱਚ ਕੁਝ ਕੁ ਕਦਮ ਤੇ ਤੁਰਾਂਗਾ ਨਾ, ਮੇਰੀ ਬਾਟ ਕੁਝ ਤੇ ਘੱਟ ਹੋਵੇਗੀ ਨਾ, ਇਸ ਤਰ੍ਹਾਂ ਮੈਂ ਆਪਣੀ ਮੰਜ਼ਿਲ ਦੇ ਕਰੀਬ ਪਹੁੰਚ ਜਾਵਾਂਗਾ। ਪਰ ਪਾਤਸ਼ਾਹ ਕਹਿੰਦੇ ਤੂੰ ਤੇ ਹਨੇਰੇ ਦੇ ਵਿੱਚ, ਤੂੰ ਗਿਆਨ ਨੂੰ ਸਮਝ ਹੀ ਨਹੀਂ ਪਾਇਆ, ਪਰਮਾਤਮਾ ਤੇਰੇ ਅੰਦਰ ਹੀ ਵਸਿਆ ਹੋਇਆ ਸੀ, ਪਰ ਤੂੰ ਹਨੇਰੇ ਦੇ ਵਿੱਚ ਤੂੰ ਆਪਣੀ ਮੰਜ਼ਿਲ ਵੱਲ ਤੁਰਿਆ ਹੀ ਨਹੀਂ। ਬੇਸ਼ਕੀਮਤੀ ਪਰਮਾਤਮਾ ਨੂੰ, ਉਹਦੇ ਨਾਮ ਰੂਪੀ ਰਤਨ ਨੂੰ ਤੂੰ ਵਿਸਾਰ ਕੇ ਰੱਖ ਦਿੱਤਾ। ਕਿਸੇ ਨੇ ਬਾਦਸ਼ਾਹ ਦੀ ਮਦਦ ਕੀਤੀ, ਇੱਕ ਲੱਕੜਹਾਰੇ ਨੇ ਲੱਕੜਾਂ ਵੇਚ ਕੇ, ਲੱਕੜਾਂ ਵੱਢ ਕੇ ਜੰਗਲ ਦੇ ਵਿੱਚੋਂ ਉਹਨਾਂ ਦੇ ਕੋਲੇ ਬਣਾ ਕੇ ਵੇਚਿਆ ਕਰਦਾ ਸੀ। ਬਾਦਸ਼ਾਹ ਜੰਗਲ ਦੇ ਵਿੱਚ ਭਟਕ ਗਿਆ, ਉਹਦੀ ਮਦਦ ਕੀਤੀ, ਤੇ ਬਾਦਸ਼ਾਹ ਨੇ ਇੱਕ ਦਿਨ ਕਿਹਾ, ਕਹਿੰਦਾ ਤੂੰ ਮੇਰੀ ਮਦਦ ਕੀਤੀ ਹੈ, ਗਰੀਬ ਇਨਸਾਨ ਹੈ, ਆ ਮੇਰੀ ਆ ਮੁੰਦਰੀ ਫੜ ਲੈ, ਜੇਕਰ ਕਦੇ ਜ਼ਰੂਰਤ ਪਵੇ ਤਾਂ ਮਿਲਣ ਵਾਸਤੇ ਆਈ। ਉਹਦੀ ਉਹ ਛਾਪ ਮੁੰਦਰੀ ਲੈ ਕੇ ਉਹਦੇ ਮਹਿਲਾਂ ਵਿੱਚ ਉਹ ਲੱਕੜਹਾਰਾ ਪਹੁੰਚ ਗਿਆ। ਰਾਜੇ ਨੂੰ ਬੇਨਤੀ ਕੀਤੀ, ਜੀ ਮੈਂ ਇੱਕ ਗਰੀਬ ਇਨਸਾਨ ਹੈ, ਮੇਰੀ ਜੇਕਰ ਕੋਈ ਮਦਦ ਕਰ ਸਕਦੇ ਹੋ, ਗਰੀਬੀ ਕੱਟ ਸਕਦੇ ਹੋ ਤੇ ਕੱਟ ਦਿਓ। ਉਹਨੇ ਪੁੱਛਿਆ ਕੀ ਕਰਦਾ? ਕਹਿੰਦਾ ਲੱਕੜਹਾਰਾ। ਉਹਨੇ ਕਿਹਾ ਮੇਰਾ ਫਲਾਣੇ ਥਾਂ ਦੇ ਉੱਤੇ ਇੱਕ ਬਾਗ ਹੈ, ਚੰਦਨ ਦਾ ਬਾਗ, ਉਹ ਬਾਗ ਅੱਜ ਤੋਂ ਤੇਰਾ, ਉਹਦੇ ਵਿੱਚੋਂ ਲੱਕੜੀ ਵੱਢ ਤੇ ਚੰਦਨ ਦੀ ਲੱਕੜੀ ਦਾ ਵਪਾਰ ਕਰ, ਮਹਿੰਗੇ ਪਾ, ਰਤਨ ਦੇ ਸਮਾਨ ਹੈ, ਹੀਰੇ ਮੰਗ, ਉਹ ਵਿਕੇਗੀ ਤੇ ਤੂੰ ਅਮੀਰ ਇਨਸਾਨ ਬਣ ਜਾਏਗਾ। ਹੁਣ ਉਹਨੂੰ ਕੀ ਪਤਾ ਲੱਕੜਹਾਰੇ ਨੂੰ, ਕਹਿੰਦੇ ਆਇਆ, ਆ ਕੇ ਚੰਦਨ ਦੀ ਲੱਕੜ ਵੱਢੀ, ਉਹਦੇ ਕੋਲੇ ਬਣਾਏ ਤੇ ਬਾਜ਼ਾਰ ਵਿੱਚ ਕੋਲਿਆਂ ਦੇ ਭਾਅ ਵੇਚ ਦਿੱਤੀ। ਚੰਦਨ ਨੂੰ ਕੋਲਿਆਂ ਦੇ ਭਾਅ ਵੇਚ ਦਿੱਤਾ। ਕਿਉਂ? ਗਿਆਨ ਨਹੀਂ, ਸਮਝ ਨਹੀਂ। ਕੁਝ ਸਾਲਾਂ ਬਾਅਦ ਉਹ ਬਾਦਸ਼ਾਹ ਆਇਆ ਤੇ ਉਹਨੇ ਪੁੱਛਿਆ ਵੀ ਤੂੰ ਲੱਕੜਹਾਰਾ, ਤੈਨੂੰ ਮੈਂ ਬਾਗ ਦਿੱਤਾ ਸੀ ਚੰਦਨ ਦਾ, ਤੂੰ ਤੇ ਬੜਾ ਧਨਾੜ ਪੁਰਖ ਬਣ ਗਿਆ ਹੋਵੇਗਾ। ਕਹਿੰਦਾ ਮੈਨੂੰ ਤੇ ਇਸ ਗੱਲ